ਤੁਸੀਂ ਸਾਰੇ ਸੁਣਨ ਵਾਲਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ। ਮੈਂ ਸਨੇਹ ਮਲਹੋਤਰਾ ਕੈਨੇਡਾ ਤੋਂ ਹਾਂ। ਬਲੈਸਿੰਗਸ ਟੀਮ ਦੇ ਵੱਲੋਂ ਮਿਸ ਸੀ ਅਰੁਣਾ ਜੀ ਦੀ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਮੈਸੇजेस ਫਰੋਮ 40 ਮਾਸਟਰਸ ਨੂੰ ਪੰਜਾਬੀ ਵਿੱਚ ਟਰਾਂਸਲੇਟ ਕਰਕੇ ਸੁਣਾ ਰਹੀ ਹਾਂ। ਅੱਜ ਅਸੀਂ ਦੇਵੋਂ ਦੇ ਦੇਵ ਮਹਾਦੇਵ ਸ਼ਿਵ ਜੀ ਦਾ ਮੈਸੇਜ ਸੁਣਾਂਗੇ ਜੋ ਉਹਨਾਂ ਨੇ 1994 ਵਿੱਚ 1 ਜੁਲਾਈ ਨੂੰ ਸਵੇਰੇ 10:10 'ਤੇ ਸੀ ਅਰੁਣਾ ਜੀ ਨੂੰ ਦਿੱਤਾ। ਸ਼ਿਵ ਜੀ ਨੇ ਕਿਹਾ, ਮੈਂ ਜਾਣਨਾ ਤੇ ਦੇਖ ਵੀ ਰਿਹਾ ਹਾਂ ਕਿ ਤੁਸੀਂ ਸਾਰੇ ਆਤਮ ਗਿਆਨੀ ਮਾਸਟਰਸ ਬਣਨ ਦੇ ਰਾਹ 'ਤੇ ਚੱਲ ਚੁੱਕੇ ਹੋ ਅਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੀ ਇਸ ਜਨਮ ਨੂੰ ਬੜੀ ਗੰਭੀਰਤਾ ਦੇ ਨਾਲ ਲਓ। ਇਹ ਦੇਖੋ ਤੁਹਾਡਾ ਕੀ ਮਕਸਦ ਹੈ, ਕੀ ਰੂਪ ਰੇਖਾ ਹੈ ਜੀਵਨ ਦੀ, ਕਿਹੜੇ ਚੈਲੰਜਸ ਹੈਗੇ ਅਤੇ ਕੀ ਲੈਸਨ ਲੈਣੇ ਨੇ। ਉਹਨਾਂ ਨੇ ਕਿਹਾ, ਮੈਂ ਉਹਨਾਂ ਮਾਸਟਰਾਂ ਦੀ ਬਹੁਤ ਬੜੀ ਵਧਾਈ ਕਰਨਾ ਜੋ ਬੜੇ ਚਾਅ ਨਾਲ ਅਧਿਆਤਮ ਦੀ ਕਿਤਾਬਾਂ ਪੜ੍ਹਦੇ ਨੇ, ਕਿਉਂਕਿ ਮੈਂ ਦੇਖਿਆ ਹੈ ਕਿ ਕਿਤਾਬਾਂ ਪੜ੍ਹਨ ਨਾਲ ਤੁਹਾਡੇ ਲੋਕਾਂ ਦੇ ਖਿਆਲਾਤ ਅਤੇ ਭਾਵਨਾ ਅਤੇ ਹੁਨਰ ਬਹੁਤ ਉੱਚੇ ਦਰਜੇ ਦੇ ਹੁੰਦੇ ਜਾ ਰਹੇ ਨੇ ਜੋ ਬੜੇ ਵਿਰਲੇ ਹੀ ਕਿਸੇ ਇਨਸਾਨ ਵਿੱਚ ਦੇਖਣ ਨੂੰ ਮਿਲਦੇ ਨੇ ਅਤੇ ਉਹ ਅਬ ਤੁਹਾਡੇ ਵਿੱਚ ਆਉਂਦੇ ਜਾ ਰਹੇ ਨੇ। ਮੈਂ ਤੁਹਾਨੂੰ ਸਭ ਨੂੰ ਫਿਰ ਇੱਕ ਵਾਰੀ ਵਧਾਈ ਦੇਣਾ ਅਤੇ ਆਲ ਦਾ ਬੈਸਟ ਕਹਿਣਾ ਅਤੇ ਸਲਾਹ ਵੀ ਦੇਣਾ ਹੈ ਕਿ ਤੁਸੀਂ ਹੋਰ ਜੰਗੀ ਤੌਰ 'ਤੇ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਪੜ੍ਹ ਸਕਦੇ ਹੋ ਪੜ੍ਹੋ। ਇਸ ਦੇ ਨਾਲ ਤੁਹਾਡੀ ਚੇਤਨਾ ਦਾ ਵਿਸਤਾਰ ਹੋਏਗਾ, ਕਿਉਂਕਿ ਕਿਤਾਬਾਂ ਪੜ੍ਹਨਾ ਇੱਕ ਤਰ੍ਹਾਂ ਦਾ ਧਿਆਨ ਕਰਨਾ ਹੀ ਹੈ ਜਿਹਦੇ ਵਿੱਚ ਤੁਸੀਂ ਆਪਣੀ ਸੋਚ ਨੂੰ ਛੱਡ ਕੇ ਲੇਖਕ ਦੇ ਵਿਚਾਰਾਂ ਨੂੰ ਆਪਣੇ ਵਿਚਾਰ ਅਤੇ ਨਜ਼ਰੀਏ ਬਣਾ ਲੈਂਦੇ ਹੋ। ਮੇਰਾ ਮੰਨਣਾ ਹੈ ਕਿ ਕਿਤਾਬ ਪੜ੍ਹਨਾ ਸਭ ਤੋਂ ਉੱਚੇ ਦਰਜੇ ਦਾ ਧਿਆਨ ਹੈ ਜੋ ਹਰ ਮਾਸਟਰ ਨੂੰ ਕਰਨਾ ਚਾਹੀਦਾ ਹੈ। ਇਹੀਓ ਹੈ ਜੋ ਤੁਹਾਨੂੰ ਸਹੀ ਅਤੇ ਸੱਚੀ ਸਮਝ ਦਿੰਦਾ ਹੈ। ਸ਼ਿਵ ਜੀ ਨੇ ਹਾਸੇ ਦੀ ਗੱਲ ਕਹੀ ਕਿ ਹਾਲਾਂਕਿ ਮੈਂ ਤੁਹਾਡੇ ਕੋਲੋਂ ਜ਼ਿਆਦਾ ਵੱਡਾ ਧਿਆਨੀ ਹਾਂ, ਫਿਰ ਵੀ ਮੈਨੂੰ ਸਾੜਾ ਹੁੰਦਾ ਹੈ ਅਤੇ ਨਾਲ ਖੁਸ਼ੀ ਵੀ ਹੈ ਕਿ ਤੁਹਾਡਾ ਗਰੁੱਪ ਜਿਸ ਤਰ੍ਹਾਂ ਕੰਮ ਕਰ ਰਿਹਾ ਹੈ, ਤੁਹਾਨੂੰ ਜੋ ਕਿਤਾਬਾਂ ਪੜ੍ਹਨ ਨੂੰ ਮਿਲ ਰਹੀਆਂ ਨੇ ਅਤੇ ਤੁਹਾਡੇ ਗੁਰੂ ਬਤਰੀ ਜੀ ਹਨ। ਉਹਨਾਂ ਨੇ ਅੱਗੇ ਕਿਹਾ ਕਿ ਹੁਣ ਮੈਂ ਤੁਹਾਡੀ ਕਿਤਾਬ ਵਿੱਚ ਲਿਖਣ ਵਾਸਤੇ ਕੁਝ ਗੱਲਾਂ ਦੱਸਣਾ। ਕਿਹਾ ਉਹਨਾਂ ਨੇ, ਇਨਸਾਨ ਅਸਲ ਵਿੱਚ ਇੱਕ ਜਾਨਵਰ ਹੀ ਹੈ ਅਤੇ ਅਸੀਂ ਬਾਰ-ਬਾਰ ਜਨਮ ਲੈ ਕੇ ਇੱਥੇ ਕਈ ਬੜੀ ਸਾਰੀ ਲੰਬੀ ਯਾਤਰਾ ਕਰਕੇ ਕਦੀ ਜਨਾਨੀ ਕਦੀ ਬੰਦੇ ਦਾ ਜਨਮ ਲਿਆ। ਇਹਦੀ ਵਜ੍ਹਾ ਨਾਲ ਸਾਡੇ ਦਿਮਾਗ ਦਾ ਵਿਕਾਸ ਹੋਇਆ। ਤੁਸੀਂ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਬੇਸਿਕ ਅੰਡਰਸਟੈਂਡਿੰਗ ਹੀ ਤੁਹਾਡੇ ਗਿਆਨ ਦਾ ਆਧਾਰ ਹੈ। ਜਦ ਤੱਕ ਇਨਸਾਨ ਵਿੱਚ ਬੇਸਿਕ ਅੰਡਰਸਟੈਂਡਿੰਗ ਔਰ ਕਾਮਨ ਸੈਂਸ ਨਹੀਂ ਆਉਂਦਾ, ਸਪਿਰਿਚੁਅਲਿਟੀ ਉਹਦੇ ਆਂਢ ਗੁਆਂਢ ਵੀ ਨਹੀਂ ਪਹੁੰਚੇਗੀ। ਅਤੇ ਜਿਵੇਂ ਹੀ ਤੁਸੀਂ ਆਪਣਾ ਕਾਮਨ ਸੈਂਸ ਵਧਾਇਆ, ਤੁਸੀਂ ਆਪਣੀ ਸਮਝਦਾਰੀ ਦੇਖ ਕੇ ਖੁਦ ਹੀ ਹੈਰਾਨ ਰਹਿ ਜਾਓਗੇ। ਸਿਰਫ ਥੋੜ੍ਹੀ ਜਿਹੀ ਸਮਝ ਜੇ ਤੁਸੀਂ ਲੰਬੇ ਟਾਈਮ ਤਾਈਂ ਰੱਖ ਕੇ ਆਪਣੀ ਲਾਈਫ ਦੀ ਹਰ ਹਾਲਾਤ ਨੂੰ ਸੰਭਾਲਦੇ ਹੋਏ ਚੱਲੋਗੇ, ਇਹ ਤੁਹਾਨੂੰ ਸਪਿਰਿਚੁਅਲਿਟੀ ਦੇ ਕੋਲ ਖਿੱਚ ਕੇ ਲੈ ਜਾਏਗੀ। ਉਹ ਕਹਿੰਦੇ ਨੇ ਜਿਵੇਂ ਕੋਈ ਟੌਮ, ਡਿਕ ਜਾਂ ਹੈਰੀ ਨੂੰ ਸੈਨਾ ਵਿੱਚ ਐਵੇਂ ਹੀ ਨਹੀਂ ਭਰਤੀ ਕਰ ਲਿਆ ਜਾਏਗਾ। ਇਸ ਦਾ ਮਤਲਬ ਕਹਿਣ ਦਾ ਮਿਲਟਰੀ ਵਿੱਚ ਦਾਖਲ ਹੋਣ ਦੀ ਕਾਬਲੀਅਤ ਹੋਣ ਦੇ ਬਗੈਰ ਐਵੇਂ ਹੀ ਮੂੰਹ ਚੁੱਕ ਕੇ ਕੋਈ ਵੀ ਸੈਨਾ ਵਿੱਚ ਭਰਤੀ ਨਹੀਂ ਹੋ ਜਾਂਦਾ। ਉਸੇ ਤਰ੍ਹਾਂ ਹਰ ਕੋਈ ਐਵੇਂ ਹੀ ਅਧਿਆਤਮ ਦੀ ਰਾਹ 'ਤੇ ਨਹੀਂ ਪਹੁੰਚ ਜਾਂਦਾ। ਸਪਿਰਿਚੁਅਲਿਟੀ ਕੋਈ ਮੋੜੀ ਮਾਟੀ ਗੱਲ ਨਹੀਂ ਹੈ ਜੋ ਹਰ ਕੋਈ ਐਵੇਂ ਹੀ ਮਜ਼ਾਕ ਵਿੱਚ ਲੈ ਲਵੇ। ਉਹਨਾਂ ਨੇ ਕਿਹਾ, ਸਪਿਰਿਚੁਅਲਿਟੀ ਇਜ਼ ਦੈਟ ਏਰੀਆ ਆਫ ਹਿਊਮਨ ਸਾਈਕੀ which paves way to know your individual creator. ਅਧਿਆਤਮ ਇਨਸਾਨੀ ਸੋਚ ਦਾ ਉਹ ਪਾਸਾ ਹੈ ਜਿਸ ਦੀ ਰਾਹ 'ਤੇ ਚੱਲਣ ਵਾਲੇ ਕਦਮ ਤੁਹਾਨੂੰ ਬਣਾਉਣ ਵਾਲੇ ਦੇ ਕੋਲ ਲੈ ਕੇ ਜਾਣਗੇ। ਕੁਝ ਲੋਕ ਹੈਰਾਨ ਹੋਣਗੇ ਇੰਡੀਵਿਜੂਅਲ ਕ੍ਰੀਏਟਰ ਕੀ ਹੁੰਦਾ ਹੈ ਇਹ ਸੋਚ ਕੇ। ਇੰਡੀਵਿਜੂਅਲ ਕ੍ਰੀਏਟਰ ਉਹ ਹੈ ਜਿਹਨੇ ਤੁਹਾਨੂੰ ਬਣਾਇਆ। ਹਰ ਇੱਕ ਇਨਸਾਨ ਨੂੰ ਇੱਕੋ ਇੱਕ ਰੱਬ ਨੇ ਨਹੀਂ, ਕਈ ਸਾਰੇ ਮਾਸਟਰਾਂ ਨੇ ਮਿਲ ਕੇ ਬਣਾਇਆ ਹੈ ਜਿਹਨੂੰ ਕਹਿੰਦੇ ਨੇ ਓਵਰ ਸੈਲਫ। ਓਵਰ ਸੈਲਫ ਹੀ ਉਹ ਬੰਦਾ ਹੈ ਜਿਹਨੇ ਤੁਹਾਨੂੰ ਬਣਾਇਆ। ਜਦ ਤਾਈਂ ਤੁਹਾਨੂੰ ਇਹ ਨਹੀਂ ਪਤਾ ਕਿ ਓਵਰ ਸੈਲਫ ਕੀ ਹੈ, ਓਵਰ ਸੈਲਫ ਤੁਹਾਨੂੰ ਕਿਵੇਂ ਬਣਾਉਂਦਾ ਹੈ, ਅਧਿਆਤਮ ਦਾ ਗਿਆਨ ਤੁਹਾਨੂੰ ਹੋ ਹੀ ਨਹੀਂ ਸਕਦਾ। ਹਰ ਇਨਸਾਨ ਨੂੰ ਧਿਆਨ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹਦੇ ਵਾਸਤੇ ਕੋਈ ਆਪਣੇ ਪਰਿਵਾਰ, ਸਮਾਜ, ਬਿਰਾਦਰੀ ਅਤੇ ਬਾਕੀ ਚੀਜ਼ਾਂ ਨੂੰ ਛੱਡਣ ਦੀ ਲੋੜ ਨਹੀਂ ਹੈ। ਬੜੀ ਸਾਰੀ ਕਿਤਾਬਾਂ ਪੜ੍ਹੋ, ਨਾ ਸਿਰਫ ਹਿੰਦੁਸਤਾਨ ਦੀਆਂ ਬਲਕਿ ਦੇਸ਼ ਵਿਦੇਸ਼ ਹਰ ਪਾਸੇ ਦੀਆਂ। ਹਰ ਵੇਲੇ ਧਿਆਨ ਰੱਖੋ ਕਿ ਤੁਸੀਂ ਆਪਣੇ ਸੁਭਾਅ ਅਤੇ ਕਮਜ਼ੋਰੀਆਂ ਨੂੰ ਪਛਾਣ ਸਕੋ। ਹੌਲੀ ਹੌਲੀ ਲਗਾਤਾਰ ਆਪਣੇ 'ਤੇ ਕੰਮ ਕਰਦੇ ਹੋਏ ਆਪਣੀ ਖਾਮੀਆਂ ਨੂੰ ਜਿੱਤ ਲਓ। ਆਪਣੇ ਲੋਕਾਂ ਨਾਲ ਸੰਬੰਧ ਨੂੰ ਸੰਵਾਰੋ, ਉਹਨਾਂ ਨੂੰ ਸਮਝੋ, ਦੇਖੋ ਕਿ ਉਹਨਾਂ ਵਿੱਚ ਕੀ ਖੂਬੀਆਂ ਨੇ, ਕਿਆ ਉਹ ਤੁਹਾਡੇ ਵਿੱਚ ਹਨ। ਦੇਖੋ ਤੁਸੀਂ ਉਹਨਾਂ ਕੋਲੋਂ ਕੀ ਸਿੱਖ ਸਕਦੇ ਹੋ। ਕੋਈ ਜ਼ਰੂਰੀ ਨਹੀਂ ਕਿ ਉਹ ਸਪਿਰਿਚੁਅਲ ਗੱਲਾਂ ਹੀ ਹੋਣ। ਉੱਨਤੀ ਸਿਰਫ ਭੌਤਿਕ ਤੌਰ 'ਤੇ ਹੀ ਨਹੀਂ ਹੋ ਸਕਦੀ। ਜੇ ਕੋਈ ਸਪਿਰਿਚੁਅਲਿਟੀ ਦਾ ਟੈਸਟ ਹੋਏਗਾ
ਤਾਂ ਉਹ ਤੁਹਾਡੀ ਭੌਤਿਕ ਚੀਜ਼ਾਂ 'ਤੇ ਵੀ ਹੋਏਗਾ। ਉਹਦੇ ਵਿੱਚ ਹਰ ਕੋਈ ਸ਼ਾਮਿਲ ਹੋਵੇਗਾ। ਤੁਹਾਡੀ ਪਤਨੀ, ਤੁਹਾਡੇ ਨਿਆਣੇ, ਪਤੀ, ਪੈਸਾ, ਸੋਨਾ, ਚਾਂਦੀ, ਜ਼ੇਵਰ, ਜ਼ਮੀਨ, ਜਾਇਦਾਦ, ਸਾਰਾ ਕੁਝ। ਇਹੀ ਸਭ ਤੁਹਾਡੀ ਭੌਤਿਕ ਜੀਵਨ ਦੀ ਜਾਗੀਰ ਹੈ ਨਾ। ਅਤੇ ਮਾਸਟਰ ਤੁਹਾਡਾ ਟੈਸਟ ਵੀ ਇਹਨਾਂ ਤੁਹਾਡੀ ਪਸੰਦੀਦਾ ਚੀਜ਼ਾਂ ਨਾਲ ਹੀ ਲੈਣਗੇ। ਸ਼ਿਵ ਜੀ ਸਮਝਾਉਂਦੇ ਹੋਏ ਕਹਿੰਦੇ ਨੇ, ਜਿੰਨਾ ਤੁਸੀਂ ਡਿਟੈਚ ਹੋ ਕਰ ਇਹਨਾਂ ਚੀਜ਼ਾਂ ਨਾਲ ਅਟੈਚ ਰਹੋਗੇ ਅਤੇ ਆਪਣੀ ਭੌਤਿਕ ਸੰਪੱਤੀ ਦਾ ਆਨੰਦ ਲਓਗੇ, ਉਨੇ ਤੁਸੀਂ ਤਰੱਕੀ ਕਰਦੇ ਹੋਏ ਅੱਗੇ ਵੱਧਦੇ ਜਾਓਗੇ। ਇਸ ਤਰ੍ਹਾਂ ਜੋ ਬੰਦਾ ਆਰਾਮ ਨਾਲ ਰਹੇਗਾ, ਭਾਵੇਂ ਉਹਦੇ ਕੋਲ ਆਰਾਮਦਾਇਕ ਚੀਜ਼ਾਂ, ਸੁੱਖ ਸੁਵਿਧਾएं ਹੋਣ ਭਾਵੇਂ ਨਾ ਹੋਣ, ਉਹ ਕਹਿੰਦੇ ਨੇ ਕਿ ਯੋਗੀ ਉਹ ਹੈ ਜੋ ਆਪਣੀ ਭੌਤਿਕ ਜੀਵਨ ਦਾ ਆਨੰਦ ਅਤੇ ਸੁੱਖ ਭੋਗ ਕਰ ਨਾਲ ਜੀਂਦਾ ਹੈ ਔਰ ਉਹਨਾਂ ਦਾ ਭੋਗ ਕਰਦਾ ਹੈ। ਸ਼ਿਵ ਜੀ ਅੱਗੇ ਕਹਿੰਦੇ ਨੇ ਕਿ ਧਿਆਨ ਨਾਲ ਤੁਹਾਡੇ ਅੰਦਰ ਬੇਸਿਕ ਕਾਮਨ ਸੈਂਸ ਪੈਦਾ ਹੋਏਗਾ, ਜੋ ਤੁਹਾਨੂੰ ਯੋਗੀ ਬਣਨ ਵਾਸਤੇ ਜ਼ਰੂਰੀ ਹੈ। ਬਹੁਤ ਜ਼ੋਰ ਦਿੰਦੇ ਹੋਏ ਉਹ ਕਹਿ ਰਹੇ ਨੇ ਕਿ ਜਿਵੇਂ ਤੁਸੀਂ ਧਿਆਨ ਕਰਦੇ ਹੋ, ਧਿਆਨੀ ਹੋ, ਤਦ ਹੀ ਸਿਰਫ ਤਦ ਹੀ ਤੁਸੀਂ ਭੋਗੀ ਬਣ ਸਕਦੇ ਹੋ, ਜੋ ਆਪਣੀ ਭੌਤਿਕ ਚੀਜ਼ਾਂ ਨਾਲ ਡਿਟੈਚ ਹੋ ਕਰ ਰਹਿਣਾ ਜਾਣਦਾ ਹੈ। ਜਦ ਤੁਸੀਂ ਇਸ ਤਰ੍ਹਾਂ ਦੀ ਸਮਝ ਪ੍ਰਾਪਤ ਕਰ ਲਓਗੇ, ਤੁਸੀਂ ਵੀ ਆਪਣੇ ਆਪ ਹੀ ਮੇਰੇ ਵਾਕਣ ਸ਼ਿਵਾ ਬਣ ਜਾਓਗੇ। ਉਹ ਸ਼ਿਵਾ ਜੋ ਆਪਣੇ ਅਧਿਆਤਮ ਅਤੇ ਗਿਆਨ ਦੇ ਪ੍ਰਭਾਵ ਨਾਲ ਜੋ ਚਾਹੇ ਕਰ ਸਕਦਾ ਹੈ। ਚਲਦੇ ਚਲਦੇ ਸ਼ਿਵ ਜੀ ਕਹਿ ਕੇ ਗਏ ਕਿ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਰੀਡਰਸ ਮੇਰੇ ਵਾਕਣ ਸ਼ਿਵ ਬਣੋ। ਤੁਸੀਂ ਸਾਰੇ ਰੀਡਰਸ ਧਿਆਨ ਕਰਨਾ ਸ਼ੁਰੂ ਕਰੋ ਅਤੇ ਮੇਰਾ ਵਾਅਦਾ ਹੈ ਕਿ ਮੈਂ ਤੁਹਾਡੀ ਹਰ ਵੇਲੇ ਮਦਦ ਕਰਾਂਗਾ। ਤੁਸੀਂ ਬਸ ਸ਼ੁਰੂ 'ਤੇ ਕਰਕੇ ਦੇਖੋ, ਫਿਰ ਮੈਂ ਤੁਹਾਨੂੰ ਕਿੱਥੇ ਕਿੱਥੇ ਕਿਵੇਂ ਮਦਦ ਕਰਨਾ ਅਤੇ ਗਿਆਨ ਦੀ ਸਮਝਦਾਰੀ ਦੀ ਪੌੜੀਆਂ ਚੜ੍ਹਾਉਂਦਾ ਜਾਵਾਂਗਾ। ਤੁਸੀਂ ਆਪਣੇ ਆਪ ਨੂੰ ਦੇਖ ਕੇ ਹੈਰਾਨ ਰਹਿ ਜਾਓਗੇ। ਇੰਨਾ ਕਹਿ ਕੇ 10:50 'ਤੇ ਸ਼ਿਵ ਜੀ ਅੰਤਰ ਧਿਆਨ ਹੋ ਗਏ। 40 ਮਿੰਟ ਤਾਈਂ ਉਹਨਾਂ ਦਾ ਸਿਰਣਾ ਜੀ ਦੇ ਨਾਲ ਕਨਵਰਸੇਸ਼ਨ ਚੱਲਦਾ ਰਿਹਾ। ਅੱਜ ਵਾਸਤੇ ਇੰਨਾ ਹੀ ਦੋਸਤੋ, ਧੰਨਵਾਦ।